ਸਤਿ ਸ੍ਰੀ ਅਕਾਲ। ਸਾਹਿਤਕ ਸਾਥੀ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ 1850 ਈਸਵੀ ਤੱਕ ਦੇ ਵਾਰਤਕ ਸਾਹਿਤ ਬਾਰੇ ਚਰਚਾ ਕਰਾਂਗੇ। ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣਦੇ ਰਹਿਣਾ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਪੁਰਾਤਨ ਕਾਲ ਦੇ ਵਿੱਚ ਰਚੇ ਗਏ ਵਾਰਤਕ ਸਾਹਿਤ ਦਾ ਆਪਣਾ ਨਿਵੇਕਲਾ ਸਥਾਨ ਹੈ। ਵਾਰਤਕ ਸਾਹਿਤ ਕਿਸੇ ਵੀ ਭਾਸ਼ਾ ਦੇ ਇਤਿਹਾਸ ਦੇ ਵਿੱਚ ਕਵਿਤਾ ਨਾਲੋਂ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਉਂਦਾ ਹੈ, ਕਿਉਂਕਿ ਕਵਿਤਾ ਨੂੰ ਦਿਲ ਦੀ ਬੋਲੀ ਅਤੇ ਵਾਰਤਕ ਨੂੰ ਦਿਮਾਗ ਦੀ ਬੋਲੀ ਸਮਝਿਆ ਜਾਂਦਾ ਹੈ। ਔਰ ਪੁਰਾਤਨ ਕਾਲ ਵਿਚਲੇ ਜੋ ਸਾਹਿਤਕਾਰ ਸਨ ਉਹ ਕਿਸੇ ਵੀ ਵਾਰਤਕ ਰਚਨਾ ਨੂੰ ਕਾਵ ਰਚਨਾ ਜਿੰਨੀ ਜਾਂ ਕਾਵ ਸਾਹਿਤ ਜਿੰਨੀ ਮਹੱਤਤਾ ਨਹੀਂ ਸਨ ਦਿੰਦੇ। ਇਹੀ ਕਾਰਨ ਹੈ ਕਿ ਪੁਰਾਤਨ ਕਾਲ ਦੇ ਵਿੱਚ ਵਾਰਤਕ ਸਾਹਿਤ ਦਾ ਜਨਮ ਜੋ ਹੈ ਬਹੁਤ ਘੱਟ ਮਾਤਰਾ ਦੇ ਵਿੱਚ ਹੋਇਆ ਹੈ। ਸੋ ਪੁਰਾਤਨ ਕਾਲ ਦੇ ਵਿੱਚ ਜਾਂ ਜਿਸ ਨੂੰ ਅਸੀਂ ਆਦਿ ਕਾਲ ਵੀ ਕਹਿ ਸਕਦੇ ਹਾਂ, ਉਸ ਕਾਲ ਦੇ ਵਿੱਚ ਜੋ ਨਾਮ ਮਾਤਰ ਦੀਆਂ ਵਾਰਤਕ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਏਕਾਦਸ਼ੀ ਮਹਾਤਮ, ਫਰੀਦ ਜੀ ਕਾ ਪੱਧਤੀਨਾਮਾ ਅਤੇ ਗੋਰਖ ਉਪਨਿਸ਼ਦ ਜੋ ਕਿ ਗੋਰਖ ਜੀ ਦੀ ਰਚਨਾ ਹੈ, ਗੁਰੂ ਗੋਰਖ ਦੀ। ਸੋ ਇਹਨਾਂ ਰਚਨਾਵਾਂ ਬਾਰੇ ਵੀ ਡਾਕਟਰ ਤਿਰਲੋਚਨ ਸਿੰਘ ਬੇਦੀ ਅਤੇ ਡਾਕਟਰ ਜੀਤ ਸਿੰਘ ਸੀਤਲ ਅਤੇ ਡਾਕਟਰ ਜਗਬੀਰ ਸਿੰਘ ਦੀ ਖੋਜ ਨੇ ਇਹ ਸਾਬਿਤ ਕੀਤਾ ਹੈ ਕਿ ਇਹ ਪੁਰਾਤਨ ਕਾਲ ਦੀਆਂ ਵਾਰਤਕ ਰਚਨਾਵਾਂ ਹਨ। ਹਾਲਾਂਕਿ ਇਹਨਾਂ ਰਚਨਾਵਾਂ ਦੀ ਵਾਰਤਕ ਜੋ ਹੈ ਕਵਿਤਾ ਦੇ ਬਹੁਤ ਨਜ਼ਦੀਕ ਹੈ ਜਾਂ ਸਾਧ ਭਾਸ਼ਾ ਵਾਲੀ ਵਾਰਤਕ ਅਸੀਂ ਇਸ ਨੂੰ ਕਹਿ ਸਕਦੇ ਹਾਂ, ਜਿਸ ਦੇ ਉੱਤੇ ਹਿੰਦਵੀ ਭਾਸ਼ਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਮੱਧਕਾਲ, ਜਿਸ ਦੇ ਵਿੱਚ ਜੋ ਗੋਸ਼ਟੀਆਂ ਜਾਂ ਗੋਸ਼ਟਾਂ ਦੇ ਰੂਪ ਦੇ ਵਿੱਚ ਵਾਰਤਕ ਦਾ ਉਦੈ ਹੋਇਆ ਹੈ, ਕਿਉਂਕਿ ਇਸ ਸਮੇਂ ਦੇ ਵਿੱਚ ਜੋ ਗੋਸ਼ਟਾਂ, ਜਿਨ੍ਹਾਂ ਨੂੰ ਗੋਸ਼ਟੀਆਂ ਵੀ ਕਿਹਾ ਜਾਂਦਾ ਹੈ, ਅਸਲ ਦੇ ਵਿੱਚ ਇਹ ਦੋ ਸ਼ਖਸੀਅਤਾਂ ਜਾਂ ਦੋ ਤੋਂ ਵੱਧ ਲੋਕਾਂ ਦੁਆਰਾ ਆਪਸ ਦੇ ਵਿੱਚ ਜੋ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਜਾਂ ਦਾਰਸ਼ਨਿਕ ਵਿਚਾਰਧਾਰਾ ਦਾ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਜਾਂ ਚਰਚਾ ਕੀਤੀ ਜਾਂਦੀ ਸੀ, ਉਸ ਨੂੰ ਗੋਸ਼ਟੀਆਂ ਕਿਹਾ ਜਾਂਦਾ ਸੀ। ਉਸ ਸਮੇਂ ਦੇ ਵਿੱਚ ਮੱਕੇ ਦੀ ਗੋਸ਼ਟ, ਜੋ ਕਿ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਗਏ ਹਨ ਤਾਂ ਉੱਥੇ ਸ਼ਾਹ ਸ਼ਰਫ ਦੇ ਨਾਲ ਉਹਨਾਂ ਦੀ ਗੋਸ਼ਟ ਹੋਈ ਹੈ। ਅਜਿੱਤੇ ਰੰਧਾਵੇ ਦੀ ਗੋਸ਼ਟ, ਇਹ ਵੀ ਗੋਸ਼ਟ ਜੋ ਹੈ ਅਜਿੱਤੇ ਰੰਧਾਵਾ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਕਾਰ ਹੋਈ ਹੈ। ਬਾਬੇ ਲਾਲ ਦੀ ਗੋਸ਼ਟ, ਜੋ ਕਿ ਬਾਬਾ ਲਾਲ ਅਤੇ ਦਾਰਾ ਸ਼ਿਕੋਹ ਦੇ ਵਿਚਕਾਰ ਹੋਈ ਹੈ, ਕਿਉਂਕਿ ਦਾਰਾ ਸ਼ਿਕੋਹ ਜੋ ਸਨ ਉਹ ਵੀ ਇੱਕ ਅਧਿਆਤਮਕ ਰੁਚੀਆਂ ਵਾਲੇ ਸ਼ਖਸ ਸਨ। ਨਿਰੰਕਾਰ ਨਾਲ ਗੋਸ਼ਟ, ਬੁੱਢੇ ਕਲਯੁਗ ਨਾਲ ਗੋਸ਼ਟ ਅਤੇ ਕਾਰੂ ਨਾਲ ਗੋਸ਼ਟ ਵੀ ਇਸੇ ਸਮੇਂ ਦੀਆਂ ਗੋਸ਼ਟਾਂ ਹਨ। ਅਤੇ ਗੋਰਖ ਨਾਲ ਗੋਸ਼ਟ ਜੋ ਹੈ ਗੁਰੂ ਗੋਰਖਨਾਥ ਅਤੇ ਰਾਜਾ ਭਰਥਰੀ ਹਰੀ ਦੇ ਵਿਚਾਲੇ ਇਹ ਗੋਸ਼ਟ ਹੋਈ ਦੱਸੀ ਜਾਂਦੀ ਹੈ। ਇਸ ਤੋਂ ਬਾਅਦ ਟੀਕੇ ਆ ਜਾਂਦੇ ਹਨ। ਇਹ ਟੀਕੇ ਜਿਨ੍ਹਾਂ ਨੂੰ ਪਰਮਾਰਥ ਵੀ ਕਿਹਾ ਜਾਂਦਾ ਸੀ, ਔਰ ਇਹ ਜੋ ਉਸ ਸਮੇਂ ਦੀਆਂ ਰਚਨਾਵਾਂ ਸਨ ਉਹਨਾਂ ਦਾ ਸਰਲ ਭਾਸ਼ਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਉਹਦਾ ਜੋ ਹੈ ਅਨੁਵਾਦ ਕੀਤਾ ਜਾਣਾ ਜਾਂ ਸਾਧਕਾਂ ਨੂੰ ਸਮਝਾਉਣ ਦੇ ਲਈ ਜੋ ਗੁਰੂਆਂ ਪੀਰਾਂ ਫਕੀਰਾਂ ਦੀ ਜੋ ਬਾਣੀ ਸੀ ਉਸ ਨੂੰ ਸਰਲ ਭਾਸ਼ਾ ਦੇ ਵਿੱਚ ਉਹਨਾਂ ਦੇ ਮੰਨਣ ਵਾਲਿਆਂ ਤੱਕ, ਸਾਧਕਾਂ ਤੱਕ ਪਹੁੰਚਾਉਣ ਦੇ ਲਈ ਟੀਕੇ ਕੀਤੇ ਜਾਂਦੇ ਸਨ, ਜਿਨ੍ਹਾਂ ਦੇ ਵਿੱਚ ਟੀਕਾ ਸਿੱਧ ਗੋਸ਼ਟ, ਜਪ ਪਰਮਾਰਥ, ਟੀਕਾ ਦੱਖਣੀ ਓਂਕਾਰ, ਟੀਕਾ ਬਾਰਾਂਮਾਹ ਰਾਗ ਤੁਖਾਰੀ, ਟੀਕਾ ਪੱਟੀ ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹਨ, ਔਰ ਸੁਖਮਨੀ ਸਹੰਸਰਨਾਮਾ ਜੋ ਕਿ ਅਮਰੀਕ ਚੰਦ ਦਾ ਲਿਖਿਆ ਹੋਇਆ ਟੀਕਾ ਹੈ। ਇਸ ਤੋਂ ਬਾਅਦ ਆ ਜਾਂਦੀਆਂ ਹਨ ਜਨਮ ਸਾਖੀਆਂ। ਜਨਮ ਸਾਖੀਆਂ ਦਾ ਪੁਰਾਤਨ ਕਾਲ ਦੇ ਵਿੱਚ ਜੋ ਹੈ, ਖਾਸ ਕਰਕੇ ਮੱਧ ਕਾਲ ਦੇ ਵਿੱਚ ਕਾਫੀ ਵਡਮੁੱਲਾ ਸਥਾਨ ਹੈ, ਕਿਉਂਕਿ ਪੁਰਾਤਨ ਜਨਮ ਸਾਖੀ ਇਸ ਸਮੇਂ ਦੀ ਸਭ ਤੋਂ ਅਹਿਮੀਅਤ ਰੱਖਣ ਵਾਲੀ ਰਚਨਾ ਹੈ, ਜਿਸ ਦਾ ਉਦੈ ਕਾਲ 1635 ਈਸਵੀ ਦਾ ਮੰਨਿਆ ਜਾਂਦਾ ਹੈ। ਇਸ ਨੂੰ ਹੀ ਅਸੀਂ ਵਲਾਇਤ ਵਾਲੀ ਜਨਮ ਸਾਖੀ ਦੇ ਨਾਂ ਨਾਲ ਵੀ ਜਾਣਦੇ ਹਾਂ, ਕਿਉਂਕਿ ਇੱਕ ਅੰਗਰੇਜ਼ ਸ਼ਖਸ ਨੂੰ ਇਹ ਜੋ ਜਨਮ ਸਾਖੀ ਹੈ ਇਹ ਕਿਤੋਂ ਲੱਭੀ ਸੀ। ਉਸ ਜਨਮ ਸਾਖੀ ਨੂੰ, ਕਿਉਂਕਿ ਅੰਗਰੇਜ਼ ਜੋ ਹਨ ਉਹ ਸਾਹਿਤ ਨੂੰ ਜਾਂ ਪੁਰਾਣੀਆਂ ਜੋ ਕਿਸੇ ਵੀ ਤਰ੍ਹਾਂ ਦੀਆਂ ਵੰਨਗੀਆਂ ਹਨ ਉਹਨਾਂ ਦੇ ਨਾਲ ਉਹਨਾਂ ਦਾ ਬੇਹੱਦ ਪ੍ਰੇਮ ਹੁੰਦਾ ਹੈ, ਉਹਨਾਂ ਨੂੰ ਸੰਭਾਲਣ ਦੀ, ਉਹਨਾਂ ਦੀ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਸੋ ਉਸ ਅੰਗਰੇਜ਼ ਸ਼ਖਸ ਨੇ ਉਸ ਜਨਮ ਸਾਖੀ ਨੂੰ ਈਸਟ ਇੰਡੀਆ ਕੰਪਨੀ ਦੇ ਰਾਹੀਂ
ਲੰਡਨ ਦੀ ਲਾਇਬ੍ਰੇਰੀ ਦੇ ਵਿੱਚ ਪਹੁੰਚਾ ਦਿੱਤਾ, ਜਿੱਥੋਂ ਜੋ ਹੈ ਉਹ ਸੰਗਤਾਂ ਦੀ ਮੰਗ ਦੁਆਰਾ 1800 ਸ਼ਾਇਦ 63 ਈਸਵੀ ਦੇ ਆਸ-ਪਾਸ ਜੋ ਹੈ ਸੰਗਤਾਂ ਨੇ, ਸਿੱਖ ਸੰਗਤਾਂ ਨੇ ਖਾਸ ਕਰਕੇ ਲੰਡਨ ਤੋਂ ਵਾਪਸ ਮੰਗਵਾ ਕੇ ਉਸ ਦਾ ਉਲੱਥਾ ਜਾਂ ਉਤਾਰਾ ਕੀਤਾ, ਭਾਵ ਉਸ ਦੀ ਕਾਪੀ ਕਰ ਲਈ। ਔਰ ਇਸੇ ਜਨਮ ਸਾਖੀ ਨੂੰ, ਪੁਰਾਤਨ ਜਨਮ ਸਾਖੀ ਹੈ ਇਹ, ਇਸ ਨੂੰ ਵਲਾਇਤ ਵਾਲੀ ਜਨਮ ਸਾਖੀ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿਉਂਕਿ ਇਹ ਲੰਡਨ ਤੋਂ ਮੰਗਵਾਈ ਗਈ ਸੀ। ਇਸ ਤੋਂ ਬਾਅਦ ਆ ਜਾਂਦੀ ਹੈ ਮਿਹਰਬਾਨ ਵਾਲੀ ਜਨਮ ਸਾਖੀ। ਮਿਹਰਬਾਨ ਜੋ ਸਨ ਇਹ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਪ੍ਰਿਥਵੀ ਚੰਦ ਦੇ ਸਪੁੱਤਰ ਸਨ, ਔਰ ਇਹਨਾਂ ਦੁਆਰਾ ਰਚੀ ਗਈ ਜਨਮ ਸਾਖੀ ਨੂੰ ਮਿਹਰਬਾਨ, ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਬਾਲੇ ਵਾਲੀ ਜਨਮ ਸਾਖੀ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਪੈੜੇ ਮੋਖੇ ਖੱਤਰੀ ਤੋਂ ਲਿਖਵਾਈ ਸੀ, ਔਰ ਬਾਲਾ ਜੀ ਤੋਂ ਜੋ ਭਾਈ ਬਾਲਾ ਜੀ ਸਨ, ਇਹਨਾਂ ਨੇ ਪੈੜੇ ਮੋਖੇ ਖੱਤਰੀ ਨੂੰ ਇਹ ਜਨਮ ਸਾਖੀ ਜੋ ਸੀ ਲਿਖਵਾਈ ਸੀ। ਸੋ ਇਸੇ ਕਰਕੇ ਇਸ ਨੂੰ ਬਾਲੇ ਵਾਲੀ ਜਨਮ ਸਾਖੀ ਦਾ ਨਾਮ ਦਿੱਤਾ ਜਾਂਦਾ ਹੈ। ਬਿਧੀ ਚੰਦ ਵਾਲੀ ਜਨਮ ਸਾਖੀ, ਸਤਿਗੁਰ ਦੇ ਮੂੰਹ ਦੀਆਂ ਸਾਖੀਆਂ, ਸਾਖੀਆਂ ਬਾਬੇ ਕੀਆਂ ਜਨਮ ਸਾਖੀ ਭਗਤ ਕਬੀਰ ਜੀ ਕੀ, ਜੋ ਕਿ ਭਗਤ ਕਬੀਰ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸੀ। ਇਹਨਾਂ ਜਨਮ ਸਾਖੀਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਜਨਮ ਸਾਖੀਆਂ ਜੋ ਸਨ, ਇਹਨਾਂ ਦੇ ਵਿੱਚ ਯਥਾਰਥ ਦੀ ਘਾਟ ਹੈ, ਕਿਉਂਕਿ ਇਹ ਸਾਧਕਾਂ ਦੁਆਰਾ ਜਾਂ ਸੇਵਾਦਾਰਾਂ ਦੁਆਰਾ ਸ਼ਰਧਾਪੂਰਵਕ ਲਿਖੀਆਂ ਗਈਆਂ ਹਨ, ਸ਼ਰਧਾ ਵਸ ਲਿਖੀਆਂ ਗਈਆਂ ਹਨ, ਔਰ ਜੋ ਵੀ ਗੁਰੂ ਪੀਰ ਜਾਂ ਫਕੀਰ ਹਨ ਉਹਨਾਂ ਦੇ ਜੀਵਨ ਨੂੰ ਜੋ ਹੈ ਕਰਾਮਾਤੀ ਅੰਦਾਜ਼ ਦੇ ਵਿੱਚ ਇਹਨਾਂ ਜਨਮ ਸਾਖੀਆਂ ਦੇ ਵਿੱਚ ਪ੍ਰਗਟਾਇਆ ਗਿਆ ਹੈ। ਔਰ ਇਸ ਦੇ ਵਿੱਚ ਕਲਪਨਾ ਜੋ ਹੈ ਉਸ ਦਾ, ਇਹਨਾਂ ਜਨਮ ਸਾਖੀਆਂ ਦੇ ਵਿੱਚ ਕਲਪਨਾ ਦਾ ਰੰਗ ਜਾਂ ਪੁੱਟ ਜੋ ਹੈ ਵਧੇਰੇ ਹੈ, ਕਿਉਂਕਿ ਸਾਧਕ ਜੋ ਹਨ, ਜਾਂ ਕਹਿ ਸਕਦੇ ਹਾਂ ਕਿ ਜੋ ਗੁਰੂਆਂ ਪੀਰਾਂ ਫਕੀਰਾਂ ਦੇ ਜੋ ਉਪਾਸਕ ਸਨ ਜਾਂ ਭਗਤ ਜਾਂ ਸੇਵਾਦਾਰ ਸਨ, ਉਹ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕਰਾਮਾਤਾਂ ਨੂੰ ਇਹਨਾਂ ਜਨਮ ਸਾਖੀਆਂ ਦੇ ਵਿੱਚ ਸ਼ਾਮਿਲ ਕਰਕੇ ਇਹਨਾਂ ਨੂੰ, ਉਹਨਾਂ ਦੇ ਜੋ ਜੀਵਨ ਚਰਿੱਤਰ ਨੂੰ ਇੱਕ ਬਹੁਤ ਉੱਚਾ ਦਰਸਾਉਣਾ ਚਾਹੁੰਦੇ ਸਨ, ਜਿਸ ਸਦਕਾ ਜੋ ਹੈ ਇਹ ਜਨਮ ਸਾਖੀਆਂ ਥੋੜ੍ਹਾ ਯਥਾਰਥ ਨਾਲੋਂ ਦੂਰ ਚਲੀਆਂ ਗਈਆਂ ਹਨ। ਇਹਨਾਂ ਦੇ ਵਿੱਚ ਸ਼ਰਧਾ ਵਸ ਕਰਾਮਾਤੀ ਅੰਸ਼ ਦੀ ਜਾਂ ਕਲਪਨਾ ਦੀ ਪ੍ਰਧਾਨਤਾ ਹੈ। ਬਚਨ ਜੋ ਹਨ ਇਹ ਵੀ ਗੁਰੂ ਸਾਹਿਬਾਨ ਦੇ ਮੂੰਹ ਦੇ ਬਚਨ ਹਨ, ਭਾਵ ਜੋ ਪੀਰ ਫਕੀਰ ਜਾਂ ਭਗਤ ਉਸ ਵੇਲੇ ਦੇ ਹੋਏ ਸਨ, ਉਹਨਾਂ ਦੇ ਜੋ ਪੈਰੋਕਾਰ ਸਨ, ਜੋ ਉਹਨਾਂ ਨੂੰ ਮੰਨਣ ਵਾਲੇ ਸਨ, ਉਹਨਾਂ ਦੇ ਵਿੱਚ ਬਹੁਤ ਸ਼ਰਧਾ ਹੋਣ ਸਦਕਾ ਉਹਨਾਂ ਦੇ ਬਚਨਾਂ ਨੂੰ ਬੜੇ ਸ਼ਰਧਾਪੂਰਵਕ ਔਰ ਬੜੇ ਹੀ ਉਤਸੁਕਤਾ ਦੇ ਨਾਲ ਸੁਣਦੇ ਸਨ। ਇਸ ਕਰਕੇ ਵਾਰਤਕ ਦੇ ਰੂਪ ਦੇ ਵਿੱਚ ਬਚਨਾਂ ਦਾ ਵੀ ਉਸ ਸਮੇਂ ਦੇ ਸਾਹਿਤ ਦੇ ਵਿੱਚ ਕਾਫੀ ਜੋ ਹੈ ਨਿਵੇਕਲਾ ਸਥਾਨ ਹੈ। ਹੁਕਮਨਾਮੇ ਜੋ ਕਿ ਗੁਰੂ ਸਾਹਿਬਾਨ ਦੁਆਰਾ ਸਮੇਂ ਸਿਰੇ ਸੰਗਤ ਦੇ ਨਾਮ ਜੋ ਹੁਕਮਨਾਮੇ ਜਾਰੀ ਕੀਤੇ ਜਾਂਦੇ ਸਨ, ਔਰ ਇਹਨਾਂ ਹੁਕਮਨਾਮਿਆਂ ਦੇ ਵਿੱਚ ਸੰਗਤ ਦੇ ਨਾਮ ਕੁਝ ਨਾ ਵਿਸ਼ੇਸ਼ ਪ੍ਰਕਾਰ ਦੇ ਹੁਕਮ ਜਾਂ ਤਾਕੀਦ ਹੁੰਦੀ ਸੀ, ਔਰ ਇਹ ਹੁਕਮਨਾਮੇ ਜੋ ਸਨ ਖਾਸ ਜੋ ਗੁਰੂ ਦੇ ਸੇਵਕ ਸਨ ਉਹਨਾਂ ਦੁਆਰਾ ਸੰਗਤ ਤੱਕ ਪਹੁੰਚਾਏ ਜਾਂਦੇ ਸਨ। ਅਤੇ ਇਸ ਤੋਂ ਬਾਅਦ ਆ ਜਾਂਦੇ ਹਨ ਰਹਿਤਨਾਮੇ। ਇਹ ਰਹਿਤਨਾਮੇ ਵੀ ਸੰਗਤਾਂ ਨੂੰ ਜੋ ਹੈ ਗੁਰੂ ਸਾਹਿਬਾਨ ਵੱਲੋਂ ਵਿਸ਼ੇਸ਼ ਪ੍ਰਕਾਰ ਦੇ ਮਰਿਆਦਿਤ ਜੀਵਨ ਜਿਉਣ ਦੇ ਲਈ, ਰਹਿਤ ਮਰਿਆਦਾ ਧਾਰਨ ਕਰਨ ਦੇ ਲਈ ਜੋ ਸਮੇਂ-ਸਮੇਂ ਨਿਯਮ ਲਾਗੂ ਕੀਤੇ ਜਾਂਦੇ ਸਨ, ਉਹਨਾਂ ਦੇ ਨਾਲ ਸੰਬੰਧਿਤ ਇਹ ਰਹਿਤਨਾਮੇ ਸਨ। ਹਾਲਾਂਕਿ ਜੋ ਹੁਕਮਨਾਮੇ ਜਾਂ ਰਹਿਤਨਾਮੇ ਹਨ, ਇਹਨਾਂ ਦੀ ਭਾਸ਼ਾ ਜੋ ਹੈ, ਕਿਉਂਕਿ ਇਹ ਜੋ ਹੈ ਕਿਸੇ ਸਾਹਿਤਕ ਨਜ਼ਰੀਏ ਤੋਂ ਨਹੀਂ ਸਨ ਲਿਖੇ ਗਏ, ਇਹ ਆਮ ਚਿੱਠੀ ਪੱਤਰ ਅੰਦਾਜ਼ ਦੇ ਵਿੱਚ ਲਿਖੀਆਂ ਗਈਆਂ ਰਚਨਾਵਾਂ ਹਨ, ਔਰ ਇਹਨਾਂ ਦੀ ਭਾਸ਼ਾ ਜੋ ਹੈ ਉਹ ਵੀ ਉਸ ਸਮੇਂ ਦੇ ਪ੍ਰਭਾਵ ਵਾਲੀ ਜੋ ਮਿਲਗੋਬਾ ਭਾਸ਼ਾ ਹੈ, ਹਿੰਦਵੀ ਦੀ ਰੰਗਤ ਵੀ ਹੈ ਇਸ ਦੇ ਵਿੱਚ। ਸੋ ਬਚਨ, ਹੁਕਮਨਾਮੇ ਅਤੇ ਰਹਿਤਨਾਮੇ ਨੇ ਵੀ ਪੰਜਾਬੀ ਵਾਰਤਕ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਬਾਅਦ ਅਨੁਵਾਦ ਆ ਜਾਂਦੇ ਹਨ, ਕਿਉਂਕਿ ਉਸ ਸਮੇਂ ਦੇ ਵੱਖ-ਵੱਖ ਧਰਮਾਂ ਦੇ ਜੋ ਪ੍ਰਸਿੱਧ ਗ੍ਰੰਥ ਸਨ, ਉਹਨਾਂ ਦਾ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਸੀ, ਔਰ ਜੋ ਅਨੁਵਾਦਕ ਹੁੰਦੇ ਸਨ ਉਸ ਸਮੇਂ ਦੇ ਪ੍ਰਕਾਂਡ ਵਿਦਵਾਨ ਹੁੰਦੇ ਸਨ, ਕਿਉਂਕਿ ਉਹ ਦੋਹਾਂ ਭਾਸ਼ਾਵਾਂ ਨੂੰ ਜੋ ਰਚਨਾ ਦੀ ਭਾਸ਼ਾ ਸੀ ਔਰ ਜਿਸ ਭਾਸ਼ਾ ਦੇ ਵਿੱਚ ਉਸ ਦਾ ਅਨੁਵਾਦ ਕਰ ਰਹੇ ਹੁੰਦੇ ਸਨ, ਉਹ ਦੋਹਾਂ ਭਾਸ਼ਾਵਾਂ ਦੇ ਵਿੱਚ ਜੋ ਪੂਰੇ ਸਿੱਧਹਸਤ ਹੁੰਦੇ ਸਨ, ਔਰ ਉਹਨਾਂ ਦੀ ਭਾਸ਼ਾ ਜੋ ਸੀ ਉਸ ਵੇਲੇ ਦੀ ਭਾਸ਼ਾ ਸੀ ਜਿਸ ਦੇ ਉੱਤੇ ਸਾਧ ਭਾਸ਼ਾ ਦੀ ਰੰਗਤ ਚੜ੍ਹੀ ਹੋਈ ਹੈ। ਹਾਲਾਂਕਿ ਉਸ ਸਮੇਂ ਦੀ ਭਾਸ਼ਾ ਦੇ ਵਿੱਚ ਵਿਆਕਰਨਕ ਦ੍ਰਿਸ਼ਟੀ ਤੋਂ ਕਾਫੀ ਊਣਤਾਈਆਂ ਵੀ ਹਨ, ਪਰ ਇਸ ਦੇ ਬਾਵਜੂਦ ਵੀ ਵਾਰਤਕ ਸਾਹਿਤ ਦੇ ਵਿੱਚ ਇਹਨਾਂ ਰਚਨਾਵਾਂ ਦਾ ਕਾਫੀ ਨਿੱਘਾ ਯੋਗਦਾਨ ਹੈ। ਉਸ ਤੋਂ ਬਾਅਦ ਫੁਟਕਰ ਰਚਨਾਵਾਂ ਆ ਜਾਂਦੀਆਂ ਹਨ, ਜਿਨ੍ਹਾਂ ਦੇ ਵਿੱਚ ਪੰਚਨਾਮਾ, ਬਾਣੀ ਬਿਹੰਗਮ, ਸਿੰਘਾਸਨ ਬਤੀਸੀ ਅਤੇ ਮਸਲੇ ਸ਼ੇਖ ਫਰੀਦ ਜੀ ਕੇ
प्रसिद्ध हैं, जिमें मसले शेख फरीद जी की जो रचना है नैचुरल है, कुदरती है कि बाबा फरीद जी के जीवन के नाल संबंधित है, और ये लहंदी मुल्तानी भाषा का इसके उत्ते ज़्यादा प्रभाव है। और विहंगम साधुआं द्वारा या उन्होंने जीवन के नाल संबंधित रचनावां जो हैं उन्होंने बाणी विहंगम कहा जाता है। ये रचनावां जो हैं जिन्हों का असीं जिक्र कर चुके हाँ, ये मुढ़ले काल तो लैके 1700 तक का वार्तक ਸਾਹਿਤ इन्हां रचनावां दे विच सांभिया होया है। इस तो बाद आ जाता है 1701 तो लैके 1850 ईस्वी तक का ਸਾਹਿਤ। पहले काल का ਸਾਹਿਤ BA भाग तीजा के विद्यार्थियों ਲਈ, तो 1701 तो 1850 तक का ਸਾਹਿਤ जो है ये BA भाग दूजा के विद्यार्थियों के सिलेबस में है। हालांकि MA के विद्यार्थियों लिए ये समुचा सिलेबस जो है लाहेवंद साबित होएगा। 1701 तो 1850 ਦੇ ਸਮੇਂ ਦੇ ਵਿੱਚ 20 ਜਨਮ ਸਾਖੀਆਂ ਰਚੀਆਂ ਗਈਆਂ, ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਜੋ ਹੈ ਉਹ ਕਾਫੀ ਵਡਮੁੱਲੀ ਰਚਨਾ ਹੈ, ਕਿਉਂਕਿ ਭਾਈ ਮਨੀ ਸਿੰਘ ਜੋ ਸਨ ਉਸ ਵੇਲੇ ਦੇ ਪ੍ਰਕਾਂਡ ਪੰਡਿਤ ਸਨ, ਵਿਦਵਾਨ ਸਨ। ਇਹਨਾਂ ਦਾ ਭਾਸ਼ਾ ਦੇ ਉੱਤੇ ਵੀ ਪੂਰਨ ਜੋ ਸੀ ਇੱਕ ਤਰ੍ਹਾਂ ਦੇ ਨਾਲ ਅਧਿਕਾਰ ਕਹਿ ਸਕਦੇ ਹਾਂ, ਕਿਉਂਕਿ ਭਾਈ ਗੁਰਦਾਸ ਵਾਂਗ ਹੀ ਇਹਨਾਂ ਦਾ ਸਿੱਖ ਜਗਤ ਦੇ ਵਿੱਚ ਕਾਫੀ ਵੱਡਾ ਸਥਾਨ ਸੀ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਤਾਂ ਭਾਈ ਗੁਰਦਾਸ ਜੋ ਸਨ ਉਸਦੇ ਲਿਖਾਰੀ ਸਨ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਇਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਲਿਖਾਰੀ ਸਨ ਗੁਰੂ ਗ੍ਰੰਥ ਸਾਹਿਬ ਦੇ। ਸੋ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਭਾਸ਼ਾ ਦੇ ਪ੍ਰਕਾਂਡ ਪੰਡਿਤ ਵੀ ਸਨ, ਵਿਦਵਾਨ ਸਨ, ਔਰ ਉਹਨਾਂ ਦੁਆਰਾ ਹੋਰ ਵੀ ਰਚਨਾਵਾਂ ਮਿਲਦੀਆਂ ਹਨ ਜਿਨ੍ਹਾਂ ਦਾ ਅਸੀਂ ਅੱਗੇ ਚਰਚਾ ਕਰਾਂਗੇ। ਆਦਿ ਸਾਖੀਆਂ ਬਾਬੇ ਨਾਨਕ ਦੀਆਂ, ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪ੍ਰਾਚੀਨ ਜਨਮ ਸਾਖੀ, ਇਹ ਤਿੰਨਾਂ ਜਨਮ ਸਾਖੀਆਂ ਦਾ ਸੰਬੰਧ ਜੋ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ। ਔਰ ਭਗਤ ਰਵਿਦਾਸ ਵਾਲੀ ਜਨਮ ਸਾਖੀ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਭਗਤ ਰਵਿਦਾਸ ਜੀ ਦੇ ਜੀਵਨ ਚਰਿੱਤਰ ਨੂੰ ਉਭਾਰਦੀ ਹੈ। ਭਗਤ ਕਬੀਰ ਵਾਲੀ ਜਨਮ ਸਾਖੀ ਕਬੀਰ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਔਰ ਹਜ਼ਰਤ ਮੁਹੰਮਦ ਵਾਲੀ ਜਨਮ ਸਾਖੀ ਜੋ ਹੈ ਇਹ ਇਸਲਾਮ ਧਰਮ ਦੇ ਪੈਰੋਕਾਰ ਹਜ਼ਰਤ ਮੁਹੰਮਦ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਸਾਖੀਆਂ ਜਾਂ ਪਰਚੀਆਂ ਜੋ ਹਨ ਇਹਨਾਂ ਦਾ ਵੀ ਪੁਰਾਤਨ ਕਾਲ ਦੀ ਵਾਰਤਕ ਦੇ ਵਿੱਚ ਜਾਂ ਮੱਧ ਕਾਲ ਦੀ ਵਾਰਤਕ ਦੇ ਵਿੱਚ ਨਿਵੇਕਲਾ ਸਥਾਨ ਹੈ, ਜਿਨ੍ਹਾਂ ਦੇ ਵਿੱਚੋਂ ਸਿੱਖਾਂ ਦੀ ਭਗਤਮਾਲਾ ਜੋ ਕਿ ਭਾਈ ਮਨੀ ਸਿੰਘ ਦੀਆਂ ਰਚਨਾਵਾਂ ਹਨ, ਇਹ ਭਗਤ ਰਤਨਾਵਲੀ ਅਤੇ ਗਿਆਨ ਰਤਨਾਵਲੀ ਦੋ ਰਚਨਾਵਾਂ ਹਨ, ਭਗਤ ਰਤਨਾਵਲੀ ਅਤੇ ਗਿਆਨ ਰਤਨਾਵਲੀ। ਕਿਉਂਕਿ ਭਗਤ ਰਤਨਾਵਲੀ ਦਾ ਸੰਬੰਧ ਜੋ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਸ਼ਾਮਲ ਹੈ ਉਹਨਾਂ ਦੇ ਨਾਲ ਹੈ। ਔਰ ਗਿਆਨ ਰਤਨਾਵਲੀ ਜੋ ਹੈ ਇਹ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਰਚਨਾਵਾਂ ਹਨ। ਔਰ ਇਹ ਭਾਈ ਗੁਰਦਾਸ ਜੀ ਦੀ ਪਹਿਲੀ ਅਤੇ 11ਵੀਂ ਵਾਰ 'ਤੇ ਆਧਾਰਿਤ ਹਨ। ਪਰਚੀਆਂ ਭਾਈ ਕਨ੍ਹਈਆ ਜੀ, ਜਿਵੇਂ ਕਿ ਭਾਈ ਕਨ੍ਹਈਆ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਪਰਚੀ ਪਾਤਸ਼ਾਹੀ 10ਵੀਂ ਕੀ, ਇਹ ਸੇਵਾ ਸਿੰਘ ਦੁਆਰਾ ਲਿਖੀ ਗਈ ਰਚਨਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ 100 ਸਾਖੀਆਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਿਤ 100 ਸਾਖੀਆਂ ਦਾ ਜ਼ਿਕਰ ਕੀਤਾ ਗਿਆ ਹੈ। ਔਰ ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਸਾਖੀਆਂ ਵੀ ਹਨ, ਵੱਖ-ਵੱਖ ਯੁੱਧਾਂ ਦੀਆਂ ਸਾਖੀਆਂ ਵੀ ਹਨ ਅਤੇ ਮਸੰਦਾਂ ਦੀਆਂ ਸਾਖੀਆਂ ਵੀ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਔਰ ਸਾਖੀਆਂ ਭਾਈ ਅੱਡਣ ਜੀ ਦੀਆਂ ਇੱਕ ਅਜਿਹੀ ਰਚਨਾ ਹੈ ਜੋ ਅੱਡਣ ਸ਼ਾਹੀ ਸੰਪਰਦਾਇ ਦੇ ਲੋਕਾਂ ਦੁਆਰਾ ਲਿਖੀਆਂ ਗਈਆਂ, ਜਿਸ ਦੇ ਵਿੱਚ ਅੱਡਣ ਜੀ ਦੀਆਂ ਜਨਮ ਸਾਖੀਆਂ ਸ਼ਾਮਿਲ ਹਨ। ਇਸ ਤੋਂ ਅਗਲੀ ਰਚਨਾ ਹੈ ਅਨੁਵਾਦ, ਕਿਉਂਕਿ ਪੁਰਾਤਨ ਕਾਲ ਦੇ ਵਿੱਚ 20 ਅਨੁਵਾਦ ਹੋਏ ਹਨ। ਭਾਵ 1700 ਤੋਂ ਪਹਿਲਾਂ ਦੇ ਸਮੇਂ ਦੇ ਵਿੱਚ 20 ਅਨੁਵਾਦ ਹੋਏ ਹਨ ਜਿਨ੍ਹਾਂ ਦਾ ਅਸੀਂ ਪਿੱਛੇ ਚਰਚਾ ਕੀਤਾ ਹੈ। ਔਰ 1701 ਤੋਂ 1850 ਦੇ ਸਮੇਂ ਦੇ ਵਿੱਚ 20 ਅਨੁਵਾਦਿਤ ਰਚਨਾਵਾਂ ਵਾਰਤਕ ਦੇ ਵਿੱਚ ਹੋਂਦ ਵਿੱਚ ਆਈਆਂ, ਜਿਨ੍ਹਾਂ ਦੇ ਵਿੱਚ ਪਾਰਸ ਭਾਗ ਅਤੇ ਮਸਨਵੀ ਇਹ ਦੋਵੇਂ ਰਚਨਾਵਾਂ ਜੋ ਹਨ ਫਾਰਸੀ ਤੋਂ ਪੰਜਾਬੀ ਦੇ ਵਿੱਚ ਕੀਤੇ ਗਏ ਅਨੁਵਾਦ ਹਨ। ਔਰ ਵਿਵੇਕ ਸਿੰਧੂ ਜੋ ਹੈ ਪ੍ਰਾਕਿਰਤਾਂ ਤੋਂ ਪੰਜਾਬੀ ਦੇ ਵਿੱਚ ਕੀਤਾ ਗਿਆ ਅਨੁਵਾਦ ਹੈ। ਅਤੇ ਗਿਆਨ ਬੋਧ, ਗਿਆਨ ਪ੍ਰਬੋਧ, ਭਗਵਤ ਮਹਾਪੁਰਾਣ, ਵਿਸ਼ਨੂੰ ਪੁਰਾਣ, ਭਾਗਵਤ ਗੀਤਾ, ਮਾਰਕੰਡੇ ਪੁਰਾਣ ਜਿਸ ਦੇ ਉੱਤੇ ਆਧਾਰਿਤ ਵਾਰ ਹੈ, ਚੰਡੀ ਜੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ, ਯੋਗ ਵਿਸ਼ਿਸ਼ਟ ਅਤੇ ਸਿੰਘਾਸਨ ਬਤੀਸੀ, ਇਹ ਸਾਰੀਆਂ ਸੰਸਕ੍ਰਿਤ ਦੇ ਗ੍ਰੰਥ ਸਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਮਿਲਦਾ ਹੈ। ਉਸ ਸਮੇਂ ਦੇ ਵਿੱਚ ਇਹ ਅਨੁਵਾਦਿਤ ਰਚਨਾਵਾਂ ਦੁਆਰਾ ਜੋ ਹੈ ਪੰਜਾਬੀ ਸਾਹਿਤ ਦੇ ਵਾਰਤਕ ਸਾਹਿਤ ਦਾ ਕਾਫੀ
ਵਿਕਾਸ ਹੋਇਆ। ਸੋ ਸਮੁੱਚੇ ਰੂਪ ਦੇ ਵਿੱਚ ਜਾਂ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਮੁੱਢਲੇ ਕਾਲ ਤੋਂ ਲੈ ਕੇ ਮੱਧ ਕਾਲ ਤੱਕ ਦੀ ਜੋ ਪੁਰਾਤਨ ਵਾਰਤਕ ਹੈ ਉਸਨੇ ਪੰਜਾਬੀ ਸਾਹਿਤ ਦੇ ਨਿਕਾਸ ਤੇ ਵਿਕਾਸ ਦੇ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ, ਕਿਉਂਕਿ ਇਸੇ ਵਾਰਤਕ ਤੋਂ ਹੀ ਅੱਗੋਂ ਆਧੁਨਿਕ ਕਾਲ ਦੀ ਵਾਰਤਕ ਜੋ ਹੈ ਆਪਣਾ ਸਵਰੂਪ ਗ੍ਰਹਿਣ ਕਰਦੀ ਹੈ। ਹਾਲਾਂਕਿ ਇਸ ਕਾਲ ਦੀ ਜੋ ਵਾਰਤਕ ਹੈ ਇਹ ਭਾਸ਼ਾਈ ਦ੍ਰਿਸ਼ਟੀ ਤੋਂ ਅਸੀਂ ਬਹੁਤ ਉੱਚ ਕੋਟੀ ਦੀ ਵਾਰਤਕ ਨਹੀਂ ਕਹਿ ਸਕਦੇ, ਕਿਉਂਕਿ ਇਸ ਦੇ ਵਿੱਚ ਵਿਆਕਰਣਿਕ ਦ੍ਰਿਸ਼ਟੀ ਤੋਂ ਕਾਫੀ ਸਾਰੀਆਂ ਊਣਤਾਈਆਂ ਵੀ ਹਨ। ਪਰ ਫਿਰ ਵੀ ਪੰਜਾਬੀ ਭਾਸ਼ਾ ਜਾਂ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਇਸ ਸਮੇਂ ਦੀ ਵਾਰਤਕ ਨੂੰ ਜੋ ਹੈ ਸਾਹਿਤਕ ਨਜ਼ਰੀਏ ਤੋਂ ਕਾਫੀ ਉੱਚ ਪਾਏ ਦੀ ਵਾਰਤਕ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਾਰਤਕ ਜੋ ਹੈ ਆਉਣ ਵਾਲੀ ਵਾਰਤਕ ਦੇ ਲਈ ਇੱਕ ਨੀਂਹ ਦਾ ਜਾਂ ਮੁੱਢ ਦਾ ਕੰਮ ਕਰਦੀ ਹੈ। ਸੋ ਸਮੁੱਚੇ ਰੂਪ ਦੇ ਵਿੱਚ ਜੋ ਪੰਜਾਬੀ ਸਾਹਿਤ ਖਾਸ ਕਰਕੇ ਵਾਰਤਕ ਸਾਹਿਤ ਦੇ ਬਾਰੇ ਜੋ ਚਰਚਾ ਕੀਤੀ ਗਈ ਹੈ, ਉਮੀਦ ਹੈ ਕਿ ਇਹ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਏਗੀ। ਸੋ ਇਹ ਅੱਜ ਦੀ ਕੋਸ਼ਿਸ਼ ਜੋ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਬਾਰੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਦੱਸ ਸਕਦੇ ਹੋ, ਅਤੇ ਇਸ ਚੈਨਲ ਨੂੰ ਸੁਣਦੇ ਰਹਿਣਾ, ਨਾਲ ਹੀ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਅਗਲਾ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਨਾਲ ਕੋਈ ਨਵਾਂ ਪ੍ਰਸ਼ਨ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।